ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਭਗਤ ਪਰਮਹੰਸ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਸਭ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਮੰਨਣ ਵਾਲੇ ਲੋਕ ਵਸਦੇ ਨੇ ਤੇ ਸਾਰਿਆਂ ਨੂੰ ਭਗਤ ਰਵਿਦਾਸ ਜੀ ਦੇ ਜਨਮ ਦੀ ਬਹੁਤ ਵਧਾਈ ਤੇ ਖੁਸ਼ੀ ਮੈਂ ਆਪਣੇ ਵੱਲੋਂ ਅਰਪਣ ਕਰਦਾ, ਜ਼ਾਹਰ ਕਰਦਾ ਔਰ ਕੁਝ ਕੁ ਬਚਨ ਭਗਤ ਰਵਿਦਾਸ ਜੀ ਦੇ ਜੀਵਨ ਸੰਬੰਧੀ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦਾ। ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦਾ ਜੀਵਨ ਪੜ੍ਹਦੇ ਹਾਂ, ਉਹਨਾਂ ਤੋਂ ਪਹਿਲਾਂ ਦਾ ਅਸੀਂ ਰਾਜਨੀਤਿਕ ਪੱਖ ਦੇਖਦੇ ਹਾਂ, ਸਮਾਜਿਕ ਪੱਖ ਦੇਖਦੇ ਹਾਂ, ਉਹਦੇ ਵਿੱਚ ਜ਼ਿਆਦਾ ਬ੍ਰਾਹਮਣ ਦਾ ਬੋਲਬਾਲਾ ਸੀ ਔਰ ਉਸਨੇ ਇਨਸਾਨ ਨੂੰ 4 ਹਿੱਸਿਆਂ ਵਿੱਚ ਵੰਡਿਆ ਸੀ। ਤੁਸੀਂ ਸਾਰੇ ਜਾਣਦੇ ਹੋ, ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦ। ਇਸ ਕਰਕੇ ਮਨੁੱਖ ਨੂੰ ਚੰਗਾ ਮਾੜਾ ਉਹਨਾਂ ਨੇ ਬਣਾਇਆ ਹੋਇਆ ਸੀਗਾ ਤੇ ਜਿਹੜਾ ਪਰਮੇਸ਼ਰ ਦਾ ਉਸ ਨਿਰੰਕਾਰ ਦਾ ਵਿਧਾਨ ਨਹੀਂ ਹੈ, ਇਹ ਬ੍ਰਾਹਮਣ ਦਾ ਆਪਣਾ ਵਿਧਾਨ ਹੈ, ਜਿਹਦੇ ਸੰਬੰਧੀ ਬੜੀ ਚਲਾਕੀ ਦੇ ਨਾਲ ਬ੍ਰਾਹਮਣ ਆਪ ਲੋਕਾਂ ਨੂੰ ਗੁੰਮਰਾਹ ਕਰਕੇ ਖਾ ਰਿਹਾ ਤੇ ਦੂਸਰਿਆਂ ਨੂੰ ਇਨਸਾਨ ਨੂੰ ਉੱਚਾ ਨੀਵਾਂ, ਵੱਡਾ ਛੋਟਾ ਬਣਾਇਆ ਹੈ। ਲੇਕਿਨ ਜਦੋਂ ਬਹੁਤ ਹੀ ਨਿਘਾਰ ਦਾ ਸਮਾਂ ਕਹਿ ਸਕਦੇ ਹਾਂ, ਮਨੁੱਖ ਨੂੰ ਪਸ਼ੂਆਂ ਤੋਂ ਵੀ ਵੱਧ ਜ਼ਿਆਦਾ ਮਾੜਾ ਸਮਝਿਆ ਜਾਂਦਾ ਸੀ। ਇਸ ਗੱਲ ਦੇ ਪ੍ਰਤੱਖ ਪ੍ਰਮਾਣ ਮਨੂ ਸਿਮਰਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸ਼ੂਦਰ ਨੂੰ ਪੜ੍ਹਨ ਦਾ ਅਧਿਕਾਰ ਨਹੀਂ, ਕਿਉਂਕਿ ਉਹਨਾਂ ਨੇ ਮਨੁੱਖ ਨੂੰ, ਜਿਹੜਾ ਵੈਸ਼ ਤੋਂ ਅੱਗੇ ਸ਼ੂਦਰ ਆਉਂਦਾ ਹੈ ਚੌਥੇ ਦਰਜੇ ਦਾ, ਉਹਨੂੰ ਆਖਿਆ ਕਿ ਤੂੰ ਕੁਛ ਵੀ, ਸਿਰਫ ਤੇਰਾ ਕੰਮ ਹੈ ਇਹ ਸੇਵਾ ਕਰਨੀ, ਭਾਵ ਗੰਦਮੰਦ ਚੱਕਣਾ, ਮਰੇ ਪਸ਼ੂ ਚੱਕਣੇ, ਜੈਦਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ। ਤੇ ਮਨੁੱਖ ਦੀ ਵੰਡੀ ਦੇ ਵਿੱਚ ਇਹੋ ਜਿਹਾ ਪਾੜਾ ਪਾਇਆ ਬ੍ਰਾਹਮਣ ਨੇ, ਜੋ ਕਦੇ ਮੈਨੂੰ ਨਹੀਂ ਲੱਗਦਾ ਕਿ ਪੂਰਨ ਤੌਰ 'ਤੇ ਦੂਰ ਹੋ ਜਾਏਗਾ। ਤੇ ਲੇਕਿਨ ਉਹਦੇ ਵਿੱਚ ਇਹੋ ਜਿਹੇ ਮਹਾਂਪੁਰਸ਼ ਆਏ ਹੈ ਜਿਨ੍ਹਾਂ ਨੇ ਇੱਕ ਕ੍ਰਾਂਤੀ ਲਿਆਂਦੀ ਹੈ, ਤਬਦੀਲੀ ਲਿਆਂਦੀ ਹੈ। ਇੱਥੇ ਭਾਈ ਕਾਨ੍ਹ ਸਿੰਘ ਨਾਭਾ ਜੀ ਮਹਾਨ ਕੋਸ਼ ਦੇ ਵਿੱਚ ਭਗਤ ਰਵਿਦਾਸ ਜੀ ਨੂੰ ਪਰਮਹੰਸ ਲਿਖਦੇ ਨੇ। ਸੋ ਇਤਿਹਾਸ ਵਿੱਚ ਜ਼ਿਕਰ ਕਰੀਏ, ਸੰਨ 1377 ਦਾ ਜ਼ਿਕਰ ਆਉਂਦਾ ਹੈ। ਕੋਈ ਬਹੁਤ ਹੀ ਪੁਖਤਾ ਸਬੂਤ ਨਹੀਂ ਮਿਲਦੇ ਕਿ ਜਨਮ ਦੀਆਂ ਪੱਕੀਆਂ ਤਰੀਕਾਂ ਮਿਲ ਜਾਣ। ਤੇ 1377 ਸੰਨ ਜਿਹੜਾ ਹੈਗਾ ਉਹ ਸਾਹਮਣੇ ਆਉਂਦਾ। ਹੋਰ ਵੀ ਵਿਦਵਾਨਾਂ ਵੱਲੋਂ ਵੱਖ-ਵੱਖ ਤਰ੍ਹਾਂ ਤੇ ਗੱਲ ਤੇ ਸੰਸਾਰ ਤੇ ਆਉਣ ਦੀ ਹੈ। ਉਹਨਾਂ ਨੇ ਆ ਕੇ ਭਗਤ ਰਵਿਦਾਸ ਜੀ ਦੁਨੀਆ ਨੂੰ, ਉਹਨਾਂ ਨੇ ਇੱਕ ਐਸੇ ਪਰਿਵਾਰ ਦੇ ਵਿੱਚ ਜਨਮ ਲਿਆ ਜਿਸ ਨੂੰ ਬ੍ਰਾਹਮਣ ਨੇ ਤੇ ਬਿਲਕੁਲ ਹੀ ਨਕਾਰਿਆ ਕਿ ਇਹ ਤਾਂ ਸ਼ੂਦਰ ਹੈ, ਚਮਾਰ ਹੈ, ਮਰੇ ਪਸ਼ੂ ਚੱਕਣ ਵਾਲੇ, ਉਹਨਾਂ ਦਾ ਚੰਮ ਲਾਉਣ ਵਾਲੇ ਤੇ ਜੁੱਤੀਆਂ ਗੰਢਣ ਵਾਲੇ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਇਤਿਹਾਸ ਦੇ ਵਿੱਚ ਦਰਜ ਹੈ ਔਰ ਕੁਝ ਸੱਚਾਈਆਂ ਨੇ। ਤੇ ਲੇਕਿਨ ਇਹ ਗੱਲ ਸਾਬਤ ਕਰ ਦਿੱਤੀ, ਜਿੱਥੇ ਬ੍ਰਾਹਮਣ ਕਹਿੰਦਾ ਸੀ ਕਿ ਇਹ ਛੋਟੀਆਂ ਜਾਤਾਂ ਵਾਲੇ ਲੋਕਾਂ ਨੂੰ ਨਾਮ ਜਪਣ ਦਾ ਕੋਈ ਅਧਿਕਾਰ ਨਹੀਂ ਤੇ ਕੋਈ ਪੱਗ ਬੰਨ੍ਹਣ ਦਾ ਅਧਿਕਾਰ ਨਹੀਂ ਹੈ,
ਤੇ ਕੋਈ ਕੇਸ ਰੱਖਣ ਦਾ ਅਧਿਕਾਰ ਨਹੀਂ ਹੈ, ਤੇ ਕੋਈ ਧੌਣ ਉੱਚੀ ਕਰਕੇ ਚੱਲਣ ਦਾ ਅਧਿਕਾਰ ਨਹੀਂ ਹੈ, ਤੇ ਘੋੜੇ ਤੇ ਚੜ੍ਹਨ ਦਾ ਅਧਿਕਾਰ ਨਹੀਂ ਹੈ। ਤੇ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਉਹਨੇ ਜਿਹੜੇ ਸਾਡੇ ਮਨੁੱਖਾਂ ਦੇ ਉੱਤੇ ਅਤਿਆਚਾਰ ਵਾਲੀਆਂ ਗੱਲਾਂ ਸੀ, ਜੋ ਮਨੂ ਸਿਮਰਤੀ ਪੜ੍ਹੋਗੇ ਤੇ ਪਤਾ ਲੱਗ ਜਾਏਗਾ। ਹੁਣ ਵੀ ਸਾਹਮਣੇ ਸਾਰਾ ਕੁਝ ਉਹਦੇ 'ਚ ਲਿਖਿਆ ਹੋਇਆ ਉਸੇ ਤਰ੍ਹਾਂ। ਸੋ ਇਸ ਲਈ ਇਹਦੇ ਖਿਲਾਫ ਆਵਾਜ਼ ਉਠਾਈ ਭਗਤ ਰਵਿਦਾਸ ਜੀ ਨੇ, ਔਰ ਇਹ ਲੋਕਾਂ ਦੇ ਵਿੱਚ ਜ਼ਾਹਰ ਕੀਤਾ ਕਿ ਪ੍ਰਮਾਤਮਾ ਦੀ ਭਗਤੀ ਵੀ ਕੋਈ ਵੀ ਕਰ ਸਕਦਾ ਹੈ, ਔਰ ਬਰਾਬਰ ਦੇ ਹੱਕ ਵੀ ਹਰੇਕ ਦੇ ਹੈ। ਇਹ ਦੋਨੋਂ ਗੱਲਾਂ ਸਮਾਜ ਦੇ ਵਿੱਚ ਇਹ ਗੱਲਾਂ ਚੱਲਦੀਆਂ, ਇੱਕ ਸਮਾਜਿਕ ਤੇ ਇੱਕ ਆਤਮਿਕ ਜਿਹੜਾ ਹੈਗਾ ਇਹ ਮਨੁੱਖ ਦਾ ਸਤਰ ਹੈ। ਤੇ ਸਮਾਜ ਦੇ ਵਿੱਚ ਜੋ ਦਿਖਦਾ ਹੈ, ਕਿਰਤਕਾਰ ਕਰਦੇ ਹਾਂ ਹੋਰ, ਉਹਦੇ ਨਾਲ ਜੁੜਦਾ ਹੈ, ਤੇ ਇੱਕ ਆਤਮਿਕ ਤੌਰ ਤੇ ਜੁੜਦਾ ਹੈ, ਜਿਹਨੂੰ ਆਪਾਂ ਪਰਮ ਪਿਤਾ ਪਰਮਾਤਮਾ ਕਹਿੰਦੇ ਹਾਂ। ਤੇ ਉਹਦੀ ਬੰਦਗੀ ਕਰਨ ਦਾ ਹਰੇਕ ਨੂੰ ਅਧਿਕਾਰ ਹੈ, ਇਹ ਸਾਬਤ ਕੀਤਾ ਹੈ, ਔਰ ਬੰਦਗੀ ਕੀਤੀ, ਬੜੇ ਉੱਚੇ ਸਤਰ ਤੇ ਪਹੁੰਚੇ ਨੇ, ਪਰਮਾਤਮਾ ਨਾਲ ਇੱਕਮਿਕ ਹੋ ਗਏ। ਤੇ ਉਹਦੇ ਵਿੱਚ ਵੱਡੇ ਵੱਡੇ ਰਾਜੇ ਰਾਣੇ ਵੀ ਉਹਨਾਂ ਦੀ ਪੂਜਾ ਕਰਨ ਲੱਗੇ ਤੇ ਉਹਨਾਂ ਦੇ ਸੇਵਕ ਬਣੇ ਨੇ। ਇਤਿਹਾਸ ਇਸ ਗੱਲ ਦਾ ਗਵਾਹ ਹੈ। ਔਰ ਉਹਨਾਂ ਨੇ ਬ੍ਰਾਹਮਣ ਦੇ ਫੋਕੇ ਕਰਮ ਕਾਂਡਾਂ ਦਾ ਖੰਡਨ ਕੀਤਾ ਹੈ, ਔਰ ਗੱਲ ਠੋਕ ਵਜਾ ਕੇ ਕਰੀ ਹੈ ਜਿਹੜੀ ਕੀਤੀ ਹੈ, ਉਹ ਆਪ ਜੀ ਨਾਲ ਮੈਂ ਸਾਂਝੀ ਕਰਦਾ। ਪਹਿਲਾਂ ਮੈਂ ਕੁਝ ਇਤਿਹਾਸ ਬਾਣੀ ਦੇ ਨਾਲ ਰਿਲੇਟਡ ਗੱਲਾਂ ਕਰਦਾ, ਤੇ ਜਿਹੜੀਆਂ ਸਾਡੇ ਬਹੁਤ ਸਾਰੇ ਲੋਕ ਉਹਨਾਂ ਗੱਲਾਂ ਦਾ ਕੁਝ ਹੋਰ ਹੀ ਅਰਥ ਕਰਦੇ ਨੇ। ਜਿਸ ਤਰ੍ਹਾਂ ਆਪਣੀ ਬਾਣੀ ਦੇ ਜਿਹੜੇ 40 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਨੇ ਭਗਤ ਰਵਿਦਾਸ ਜੀ ਦੇ, ਉਹਦੇ ਵਿੱਚ ਉਹਨਾਂ ਨੇ ਇੱਕ ਲਫ਼ਜ਼ ਜਿਹੜਾ ਕਿਹਾ, ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ ਤੁਮ ਸ਼ਰਨਾਗਤ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ। ਕਮੀਨੀ ਦਾ ਭਾਵ ਇੱਥੇ ਕੋਈ ਇਹ ਨਹੀਂ ਹੈ ਵੀ ਕੋਈ ਗਾਲ ਆ ਜਾਂ ਕੋਈ ਮਾੜੀ ਗੱਲ ਆ। ਤੇ ਕਮੀਨੀ ਦਾ ਭਾਵ ਇੱਥੇ ਜਿਹੜਾ ਹੈ ਫਾਰਸੀ ਦਾ ਲਫ਼ਜ਼ ਆ, ਜਿਹਨੂੰ ਛੋਟਾ ਜਾਂ ਥੋੜ੍ਹਾ ਕਹਿੰਦੇ ਆ, ਜਾਂ ਨੀਵਾਂ ਕਹਿ ਦਿੰਦੇ ਆ। ਛੋਟੇ ਦਾ ਭਾਵ ਨੀਵਾਂ ਹੀ ਹੁੰਦਾ। ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਬ੍ਰਾਹਮਣ ਮੁਤਾਬਕ ਮੇਰੀ ਜਾਤ ਜਿਹੜੀ ਹੈਗੀ ਉਹ ਬੜੀ ਛੋਟੀ ਹੈ, ਲੇਕਿਨ ਇਹ ਪਰਮਾਤਮਾ, ਇਹ ਸੋਹਣੇ ਨਿਰੰਕਾਰ, ਤੇ ਮੈਂ ਤਾਂ ਤੇਰੀ ਸ਼ਰਨ ਦੇ ਵਿੱਚ ਹਾਂ, ਤੇ ਮੈਂ ਛੋਟਾ ਕਿੱਦਾਂ ਹੋ ਗਿਆ? ਮੈਂ ਛੋਟਾ ਨਹੀਂ ਹੈ, ਕਿਉਂਕਿ ਤੇਰੀ ਕਿਰਪਾ ਹੋ ਗਈ ਹੈ। ਤੇ ਜਿਸ ਤਰ੍ਹਾਂ ਆਪਣੀ ਬਾਣੀ ਵਿੱਚ ਕਹਿੰਦੇ ਨੇ, ਚੰਦਨ ਦੇ ਰੁੱਖ ਦੀ ਉਦਾਹਰਨ ਦਿੱਤੀ ਹੈ, ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗ ਤੁਮਾਰੇ ਬਾਸਾ। ਜਿਸ ਤਰ੍ਹਾਂ ਚੰਦਨ ਦੇ ਬੂਟੇ ਦੇ ਨੇੜੇ ਜਿੰਨੇ ਵੀ ਰੁੱਖ ਰਹਿੰਦੇ ਨੇ, ਭਾਵੇਂ ਉਹਨਾਂ ਦੇ ਨਾਂ, ਉਹਨਾਂ ਦੀ ਜਾਤ ਅਲੱਗ-ਅਲੱਗ ਹੈ, ਪਰ ਸੁਗੰਧੀ ਸਾਰੇ ਚੰਦਨ ਵਾਂਗ ਦੇਣ ਲੱਗ ਜਾਂਦੇ, ਇੱਕ ਬਾਂਸ ਨੂੰ ਛੱਡ ਕੇ। ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ। ਤੇ ਇਸ ਤਰ੍ਹਾਂ ਕਰਕੇ ਬ੍ਰਾਹਮਣ ਨੇ ਤਾਂ ਸਾਨੂੰ ਬਣਾਇਆ ਸੀਗਾ ਸ਼ੂਦਰ ਨੀਵੀਂ ਜਾਤ ਦੇ, ਲੇਕਿਨ ਪ੍ਰਮਾਤਮਾ ਤੇਰੀ ਬੰਦਗੀ ਕਰਕੇ ਉੱਚਾ ਦਰਜਾ ਪ੍ਰਾਪਤ ਹੋ ਗਿਆ। ਇਸ ਤਰ੍ਹਾਂ ਕਰਕੇ ਤੇ ਫਿਰ ਉਹਨਾਂ ਨੇ ਨਾਮ ਦੀ ਗੱਲ ਕੀਤੀ, ਕਹਿ ਰਵਿਦਾਸ ਜੋ ਜਪੈ ਨਾਮ ਤਿਸ ਜਾਤ ਨਾ ਜਨਮ ਨਾ ਜੂਨ ਕਾਮ। ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਉਹ ਜਾਤ ਪਾਤ ਤੋਂ ਵੀ ਉੱਤੇ ਉੱਠ ਜਾਂਦਾ ਹੈ, ਤੇ ਜਨਮ ਤੋਂ ਵੀ ਉੱਤੇ ਉੱਠ ਜਾਂਦਾ ਹੈ, ਜਨਮ ਮਰਨ ਦੇ ਗੇੜ ਚੋਂ ਉਹ ਬਾਹਰ ਨਿਕਲ ਜਾਂਦਾ ਹੈ। ਇਸ ਲਈ ਆਪਣੀ ਬਾਣੀ ਦੇ ਅੰਦਰ ਭਗਤ ਰਵਿਦਾਸ ਜੀ ਨੇ ਬਹੁਤ ਸਾਰੀਆਂ ਇਹੋ ਜਿਹੀਆਂ ਕ੍ਰਾਂਤੀਕਾਰੀ ਗੱਲਾਂ, ਪਰਮਾਰਥ ਦੀਆਂ ਗੱਲਾਂ ਸਾਨੂੰ ਕਹੀਆਂ, ਤੇ ਪਰਮਾਤਮਾ ਦੀ ਬੰਦਗੀ ਕਰਨ ਕਰਕੇ ਜਿੱਥੇ ਉੱਚਾ ਦਰਜਾ ਪ੍ਰਾਪਤ ਕੀਤਾ ਹੈ, ਉੱਥੇ ਜਿੱਥੇ ਬ੍ਰਾਹਮਣ ਆਖਦਾ ਸੀ ਕਿ ਤੁਹਾਨੂੰ ਅਧਿਕਾਰ ਨਹੀਂ ਹੈ, ਤੇ ਬੜੀ ਜਦੋਂ ਪੜ੍ਹਦੇ ਆ ਨਾ ਵੀ ਅਸੀਂ, ਉਦੋਂ ਪਤਾ ਲੱਗਦਾ ਵੀ ਕਿੰਨੇ ਉਹ ਜੁਰਤ ਵਾਲੇ ਬੰਦੇ ਸੀ, ਕਿੰਨੀ ਜੁਰਤ ਰੱਖਦੇ ਸੀ ਉਹ ਤੇ ਗੱਲ ਕਰਨ ਦੀ।
ਉਸ ਸਮੇਂ ਦੇ ਅੰਦਰ ਜਦੋਂ ਮਨੁੱਖ ਨੂੰ ਇੰਨਾ ਬੁਰਾ ਉਹਦੇ ਨਾਲ ਹਸ਼ਰ ਕੀਤਾ ਜਾਂਦਾ ਸੀ ਕਿ ਰੁੱਖ ਦੀਆਂ ਟਾਹਣੀਆਂ ਉਹਦੇ ਲੱਕ ਨਾਲ ਬੰਨ੍ਹ ਦਿੱਤੀਆਂ ਜਾਂਦੀਆਂ ਸੀ। ਜੁੱਤੀ ਪਾਉਣ ਦਾ ਅਧਿਕਾਰ ਨਹੀਂ ਸੀਗਾ ਕਿ ਉਹ ਜਦੋਂ ਲੰਘਦਾ ਸੀ ਉਹਦੇ ਪੈਰਾਂ ਦੇ ਨਿਸ਼ਾਨ ਵੀ ਮਿਟਦੇ ਜਾਣ, ਕਿਤੇ ਥੁੱਕ ਨਾ ਦੇਵੇ। ਮੂੰਹ ਦੇ ਉੱਤੇ ਕੁੱਜਾ ਗਲੇ 'ਚ ਪਾਇਆ ਹੁੰਦਾ ਸੀ, ਆਪਣੇ ਕੁੱਜੇ 'ਚ ਥੁੱਕ ਸਕਦਾ ਸੀ। ਇਸ ਤਰ੍ਹਾਂ ਦੇ ਸਮੇਂ ਦੇ ਅੰਦਰ ਤੇ ਭਗਤ ਰਵਿਦਾਸ ਜੀ ਨੇ ਏਡੀ ਵੱਡੀ ਗੱਲ ਕਹਿ ਦੇਣੀ, ਆਪਣ ਬਾਪੈ ਨਾ ਹੀ ਕਿਸੇ ਕੋ ਭਾਵਨ ਕੋ ਹਰ ਰਾਜਾ, ਕਿ ਭਾਈ ਤੇ ਪਰਮਾਤਮਾ ਜਿਹੜਾ ਹੈ ਤੇ ਉਹ ਤਾਂ ਮਨੁੱਖ ਦੀ ਭਾਵਨਾ ਤੇ ਨਾਲ ਉਹਨੂੰ ਮਿਲਦਾ ਤੇ ਉਹ ਤੇ ਰਾਜਾਨ ਰਾਜ ਹੈ। ਤੇ ਕਿਸੇ ਦੇ ਪਿਓ ਦੀ ਜਾਇਦਾਦ ਥੋੜ੍ਹਾ ਕਿ ਬ੍ਰਾਹਮਣ ਕਵੇ ਤੁਸੀਂ ਕਿੱਦਾਂ ਨਾਮ ਜਪ ਸਕਦੇ, ਤੁਸੀਂ ਕਿੱਦਾਂ ਇਹ ਕਰ ਸਕਦੇ ਹੋ। ਤੇ ਆਪਣੀ ਬਾਣੀ ਦੇ ਅੰਦਰ ਉਹਨਾਂ ਨੇ ਪਰਮਾਤਮਾ ਨੂੰ ਮੁਖਾਰਬਿਤ ਹੋ ਕੇ ਇਹ ਗੱਲ ਕਹੀ ਹੈ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਵਾਜ ਗੁਸਾਈਆਂ ਮੇਰਾ ਮਾਥੈ ਛਤਰ ਧਰੈ। ਤੇ ਜਿੱਥੇ ਕਹਿੰਦੇ ਸ਼ੂਦਰ ਤੋਂ ਛੂਤ ਹੁੰਦੀ ਹੈ, ਭਾਵ ਭਿੱਟ ਜਾਈਦਾ ਬ੍ਰਾਹਮਣ ਕਹਿੰਦਾ। ਤੇ ਬਾਬਾ ਜੀ ਕਹਿੰਦੇ ਨੇ ਜਾਂ ਕਿ ਛੋਤ ਜਗਤ ਕੋ ਲਾਗੈ, ਤਾਂ ਅੰਮ੍ਰਿਤ ਤੂੰ ਹੀ ਧਰੈ। ਤੇ ਜਿਹਨੂੰ ਲੋਕ ਕਹਿੰਦੇ ਕਿ ਇਹ ਸ਼ੂਦਰ ਆ, ਉਹਦੇ ਫਿਰ ਤੂੰ ਹੀ ਪਰਮਾਤਮਾ ਬਖਸ਼ਿਸ਼ ਕਰਨ ਵਾਲਾ ਹੈ। ਤੇ ਜਿੱਥੇ ਬਾਬਾ ਰਵਿਦਾਸ ਜੀ ਨੇ ਬਹੁਤ ਸਾਰੀਆਂ ਉਹਨਾਂ ਨੇ ਗੱਲਾਂ, ਕਿਉਂਕਿ ਮੈਂ ਸਮਾਂ ਜਿਹੜਾ ਹੈਗਾ ਜੇ ਮੈਂ ਇਹਨੂੰ ਇਸ ਤਰੀਕੇ ਦੇ ਨਾਲ ਕਰਾਂ ਤਾਂ ਬਹੁਤ ਲੰਬਾ ਸਮਾਂ ਲੱਗਣਾ। ਉਹਨਾਂ ਦੀ ਬਾਣੀ ਦੀ ਗੱਲ ਕਰਦੇ ਹਾਂ। ਕਿਸੇ ਵਿਦਵਾਨ ਨੇ ਗੱਲ ਕਹੀ ਹੈ, ਜਿਸ ਕੇ ਦਿਨ ਮਨਾਤੇ ਹੋ ਤਿਨ ਕੀ ਬਾਤ ਵੀ ਸਮਝੋ। ਅਸੀਂ ਦਿਨ ਮਨਾਉਂਦੇ ਹਾਂ, ਹਰ ਸਾਲ ਮਨਾਉਂਦੇ ਹਾਂ, ਤੇ ਲੇਕਿਨ ਉਹਨਾਂ ਨੇ ਕਿਹਾ ਕੀ ਹੈ ਉਹਨੂੰ ਵੀ ਅਸੀਂ ਸਮਝਣਾ ਹੈ। ਉਹਨੂੰ ਬਹੁਤ ਘੱਟ ਲੋਕ ਨੇ ਜਿਹੜੇ ਸਮਝਣ ਦਾ ਯਤਨ ਕਰਦੇ ਨੇ, ਲੇਕਿਨ ਜ਼ਿਆਦਾ ਕਰਕੇ ਨਹੀਂ। ਹੁਣ ਮੈਂ ਦੇਖ ਰਿਹਾ ਸੀਗਾ ਇੱਕ ਬਹੁਤ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ, ਉਹਦੇ ਅੱਗੇ ਲਿਖਿਆ ਸੀਗਾ ਵਿਸ਼ਾਲ ਸ਼ੋਭਾ ਯਾਤਰਾ, ਤੇ ਜਿਹਦੇ ਵਿੱਚ ਬਾਬਾ ਰਵਿਦਾਸ ਜੀ ਦੀਆਂ ਤਸਵੀਰਾਂ ਤੇ ਉਹ ਲਾਈਆਂ ਹੋਈਆਂ ਸੀਗੀਆਂ, ਹੋਰ ਬਹੁਤ ਕੁਝ ਸੀਗਾ। ਤੇ ਲੇਕਿਨ ਜਿਹੜੀ ਗੱਲ ਸਮਝਣ ਵਾਲੀ ਹੈ, ਜਿਹਦੇ ਕਰਕੇ ਅਸੀਂ ਜਿਹੜੇ ਹੈਗੇ ਆ ਸਮਝੇ ਆ ਦੁਨੀਆ ਨੂੰ, ਜਿਹਦੇ ਕਰਕੇ ਅਸੀਂ ਉੱਚੇ ਉੱਠੇ ਹਾਂ, ਉਹ ਸ਼ਬਦ ਹੈ ਉਹਨਾਂ ਦਾ ਸ਼ਬਦ ਕਿੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ। ਤੇ ਲੇਕਿਨ ਹੈਰਾਨ ਹੋਇਆ ਮੈਂ ਕਿ ਤਕਰੀਬਨ 40-50 ਟਰੈਕਟਰ ਟਰਾਲੀਆਂ ਗੱਡੀਆਂ ਹੋਣੀਆਂ, ਲੇਕਿਨ ਗੁਰੂ ਗ੍ਰੰਥ ਸਾਹਿਬ ਦਾ ਕਿਤੇ ਵੀ ਵਿੱਚ ਪ੍ਰਕਾਸ਼ ਹੈ ਹੀ ਨਹੀਂ ਸੀ। ਤੇ ਕਈ ਥਾਵਾਂ ਤੇ ਜਿਹੜੇ ਨੌਜਵਾਨ ਬੱਚੇ ਆ ਤੇ ਉਹ ਕੀ ਕਰਦੇ ਨੇ, ਆਪਣੇ ਸਿਰ ਮੁਨਾ ਕੇ ਉੱਤੇ ਕੋਈ ਹਰ ਲਿਖਾ ਲੈਂਦਾ ਹੈ, ਨਾਈ ਦੇ ਕੋਲੋਂ ਕੋਈ ਸੋਹਣ ਲਿਖਾ ਦਿੰਦਾ, ਕੋਈ ਨੱਚਦਾ ਹੈ, ਭੰਗੜੇ ਪਾਉਂਦੇ ਨੇ। ਤੇ ਇਹ ਸਾਨੂੰ ਜਿਹੜੇ ਬੱਚੇ ਆ ਉਹਨਾਂ ਨੂੰ ਸਮਝਾਉਣਾ ਚਾਹੀਦਾ ਕਿ ਉਹਨਾਂ ਨੇ ਜੀਵਨ ਸਾਨੂੰ ਕਿਹੋ ਜਿਹਾ ਜੀਣ ਦੀ ਸੇਧ ਦਿੱਤੀ ਹੈ, ਔਰ ਉਹੋ ਜਿਹੀ ਸੇਧ ਮੁਤਾਬਕ ਚੱਲਣਾ। ਤੇ ਇਹ ਨੱਚਣ ਟੱਪਣ ਵਾਲਾ ਜਾਂ ਕੇਸਾਂ ਦੀ ਬੇਅਦਬੀ ਕਰਨ ਵਾਲਾ ਜਾਂ ਇਹਦੇ ਨਾਲ ਅਸੀਂ ਕੋਈ ਵਧੀਆ ਨਹੀਂ ਕਰ ਰਹੇ। ਇਹ ਕੋਈ ਕਿਸੇ ਦਾ ਵਿਆਹ ਜਨਮ ਦਿਨ ਦੁਨਿਆਵੀ ਨਹੀਂ ਹੈ, ਪਰਮਾਰਥ ਦੀ ਗੱਲ ਹੈ, ਜਿਹੜੀ ਮਨੁੱਖ ਦੇ ਅੰਦਰ ਦੀ ਅਵਸਥਾ ਦੇ ਨਾਲ ਸੰਬੰਧਿਤ ਆ। ਔਰ ਇੱਥੇ ਹੁਣ ਇੱਕ ਗੱਲ ਮੈਂ ਇਹ ਕਰਨੀ ਚਾਹੁੰਦਾ ਵੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ 35 ਮਹਾਂਪੁਰਸ਼ਾਂ ਦੀ ਬਾਣੀ ਹੈ, ਤੇ ਜਿਹਦੇ ਵਿੱਚ 15 ਭਗਤ ਆ ਤੇ 11 ਭੱਟ ਆ, 6 ਗੁਰੂ ਸਾਹਿਬਾਨ ਆ, 4 ਗੁਰਸਿੱਖ ਆ। ਇਸ ਤਰ੍ਹਾਂ ਕਰਕੇ ਇੰਨੇ ਲੋਕਾਂ ਦੀ ਬਾਣੀ ਹੈ। ਤੁਸੀਂ ਦੇਖੋ ਸਾਰਿਆਂ ਦੀ ਜਿਨ੍ਹਾਂ ਦੀ ਬਾਣੀ ਹੈ, ਹਰੇਕ ਦੇ ਸਿਰ ਤੇ ਦਸਤਾਰ ਹੈ, ਉਹਨਾਂ ਦੀਆਂ ਤਸਵੀਰਾਂ ਦੇਖਦੇ ਹਾਂ। ਲੇਕਿਨ ਜਿਹੜੀਆਂ ਤਸਵੀਰਾਂ ਤੇ ਦਸਤਾਰ ਨਹੀਂ ਹੈ, ਗੌਰ ਨਾਲ ਮੇਰੀ ਗੱਲ ਨੂੰ ਸੁਣਿਓ, ਤੇ ਇੱਕ ਬਾਬਾ ਰਵਿਦਾਸ ਜੀ ਦੀ ਸਿਰ ਤੇ ਦਸਤਾਰ ਨਹੀਂ, ਤੇ ਦੂਸਰਾ ਬਾਬਾ ਨਾਮਦੇਵ ਜੀ, ਉਹਨਾਂ ਦੇ ਸਿਰ ਤੇ ਦਸਤਾਰ ਨਹੀਂ ਹੈ, ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਾਣੀ। ਤੇ ਇਹ ਤੋਂ ਇਲਾਵਾ ਕੋਸ਼ਿਸ਼ ਕੀਤੀ ਹੈ ਹੋਰ ਵੀ ਭਗਤਾਂ ਦਾ, ਜਿਹਦੇ ਵਿੱਚ ਕਿਤੇ ਕਿਤੇ ਉਹਨਾਂ ਦੀਆਂ ਤਸਵੀਰਾਂ ਨੂੰ ਬਿਨਾਂ ਦਸਤਾਰ ਤੋਂ ਦਰਸਾਉਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਜਿਹੜੇ ਪੰਡਤ ਨੇ ਪ੍ਰਤੀਬੰਧ ਲਾਏ ਸੀ ਉਹਨਾਂ ਨੂੰ ਤੋੜਿਆ,
ਉਹਨਾਂ ਤੋਂ ਬੇਪਰਵਾਹ ਹੋ ਕੇ ਚੱਲੇ ਨੇ, ਲੇਕਿਨ ਅਸੀਂ ਉਹਨਾਂ ਦੇ ਨਾਲ ਇਹਨਾਂ ਗੱਲਾਂ ਨੂੰ ਚਮੇੜ ਰਹੇ ਹਾਂ। ਜਿਹੜਾ ਸਿਰ ਤੇ ਪੱਗ ਨਾ ਬੰਨਣੀ, ਨੰਗਾ ਸਿਰ ਹੋਣਾ, ਉਹ ਇੱਕ ਗੁਲਾਮ ਦੀ ਨਿਸ਼ਾਨੀ ਸੀ। ਤੇ ਜਾਂ ਉਸ ਔਰਤ ਦੇ ਜਾਂ ਉਸ ਬੰਦੇ ਦੇ ਸਿਰ ਤੋਂ ਪੱਗ ਲੈਂਦੀ ਸੀ ਜਿਸ ਦਾ ਕੋਈ ਮਰ ਜਾਂਦਾ ਸੀ। ਅੱਜ ਵੀ ਪੰਡਤ ਲੋਕਾਂ ਦੇ ਵਿੱਚ ਉਹਨਾਂ ਦੀ ਮਰਿਆਦਾ ਹੈ ਕਿ ਹਿੰਦੂ ਵਾਸਤੇ ਉਹਨਾਂ ਨੇ ਮਰਿਆਦਾ ਬਣਾਈ ਕਿ ਜਿਸ ਦਾ ਕੋਈ ਬਜ਼ੁਰਗ ਵੱਡਾ ਚੜ੍ਹਾਈ ਕਰ ਜਾਵੇ ਤੇ ਉਹਦਾ ਸਿਰ ਮਨਾ ਦਿੰਦੇ ਨੇ, ਭਾਵ ਇਹਦਾ ਕੋਈ ਮਰ ਗਿਆ ਜਿਹੜਾ ਸਿਰ ਮਨਾ ਦਿੱਤਾ, ਸਿਰ ਤੋਂ ਪੱਗ ਲਾ ਦਿੱਤੀ। ਤੇ ਇਹਦਾ ਲੇਕਿਨ ਇਹਨਾਂ ਮਹਾਂਪੁਰਸ਼ਾਂ ਦੇ ਸਿਰ ਤੇ ਪੱਗ ਨਾ ਹੋਣੀ, ਨਾ ਦਿਖਾਉਣੀ, ਉਹ ਕਿਹਦੀ ਸ਼ਰਾਰਤ ਹੈ ਸਮਝੋ। ਤੇ ਜਿਨ੍ਹਾਂ ਦਾ ਵਿਰੋਧ ਕੀਤਾ ਰਵਿਦਾਸ ਮਹਾਰਾਜ ਜੀ ਨੇ, ਤੇ ਉਹਨਾਂ ਦੀਆਂ ਬਣਾਈਆਂ ਹੋਈਆਂ ਤਸਵੀਰਾਂ ਅਸੀਂ ਅੱਜ ਪੂਜਦੇ ਹਾਂ, ਉਹਨਾਂ ਨੂੰ ਲਾਉਂਦੇ ਹਾਂ। ਤੇ ਅਸੀਂ ਬਾਣੀ ਨੂੰ ਨਾ ਸਮਝਣ ਕਰਕੇ ਤੇ ਉਹਨਾਂ ਦੇ ਨਾਲ ਦੁਨਿਆਵੀ ਕ੍ਰਾਂਤੀਕਾਰ ਜਿਹੜੇ ਲੋਕ ਨੇ, ਜਿਨ੍ਹਾਂ ਨੇ ਸਾਡੇ ਜੀਵਨ ਦੇ ਵਿੱਚ ਰਾਜਨੀਤਿਕ ਤੌਰ 'ਤੇ, ਸਮਾਜਿਕ ਤੌਰ 'ਤੇ ਸਾਨੂੰ ਬਹੁਤ ਕੁਝ ਦਿੱਤਾ, ਤੇ ਅਸੀਂ ਉਹਨਾਂ ਦੀਆਂ ਗੁਰਦੁਆਰਿਆਂ ਦੇ ਵਿੱਚ ਰਵਿਦਾਸ ਮੰਦਰ ਜਾਂ ਬਣਾ ਕੇ ਅਸੀਂ ਬਰਾਬਰ ਤਸਵੀਰਾਂ ਨੰਗੇ ਸਿਰ ਜਾਂ ਇਸ ਤਰ੍ਹਾਂ ਦੀਆਂ, ਜਾਂ ਅਸੀਂ ਹੋਰ ਕਈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਵੀ ਜਿਹੜੀਆਂ ਬਾਣੀ ਵਿਰੋਧੀ ਹੈ, ਗੁਰਬਾਣੀ ਇਤਿਹਾਸ ਨੂੰ ਉਹ ਝੂਠਿਆਂ ਕਰਦੀਆਂ। ਇਸ ਤਰ੍ਹਾਂ ਨਹੀਂ ਕਰਨ। ਜਿਹੜੀ ਧਰਮ ਦੀ ਮਰਿਆਦਾ ਹੈ ਉਹਨੂੰ ਧਰਮ ਦੀ ਮਰਿਆਦਾ ਵਿੱਚ ਰਹਿਣ ਦਿੱਤਾ ਜਾਏ। ਜਿਹੜੀ ਸਮਾਜਿਕ ਹੈ, ਰਾਜਨੀਤਿਕ ਹੈ, ਕ੍ਰਾਂਤੀਕਾਰੀ ਨੇ, ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਸਮਾਜ ਦੇ ਵਿੱਚ ਦਿੱਤਾ ਹੈ, ਤੇ ਉਹਨਾਂ ਨੂੰ ਅਸੀਂ ਸਮਾਜ ਦਾ ਦਰਜਾ ਜਿਹੜਾ ਹੈ ਤੇ ਉਹਦਾ ਸਤਰ ਤੇ ਧਰਮ ਦਾ ਸਤਰ, ਇਹਨਾਂ ਦੋਹਾਂ ਨੂੰ ਸਮਝ ਲਈਏ, ਇਹਨਾਂ ਦੋਨਾਂ ਨੂੰ ਰਲਗੱਡ ਨਾ ਕਰੀਏ। ਇਸ ਲਈ ਤੇ ਜਿਹੜੀਆਂ ਸਾਨੂੰ ਪਹਿਲੀ ਤਾਂ ਗੱਲ, ਗੁਰਬਾਣੀ ਨੇ ਤਸਵੀਰ ਦੀ ਪੂਜਾ ਉਹਨਾਂ ਨੇ ਬਿਲਕੁਲ ਖੰਡਨ ਕੀਤਾ ਹੈ, ਸ਼ਬਦ ਦੀ ਪੂਜਾ ਦੀ ਗੱਲ ਕੀਤੀ ਹੈ। ਤੇ ਉਹਦੇ ਵਿੱਚ ਸਾਨੂੰ ਪਹਿਲੀ ਤਾਂ ਗੱਲ ਤਸਵੀਰਾਂ ਪਿੱਛੇ ਜਾਣਾ ਨਹੀਂ ਚਾਹੀਦਾ। ਜੇ ਅਸੀਂ ਜਾਂਦੇ ਹਾਂ ਤੇ ਫਿਰ ਸਾਨੂੰ ਜਿਹੜੀ ਹੈ ਪੱਗ ਵਾਲੀ ਦਸਤਾਰ ਭਗਤ ਰਵਿਦਾਸ ਦੀ ਸਾਨੂੰ ਉਹ ਲਾਉਣੀ ਚਾਹੀਦੀ, ਦਿਖਾਉਣੀ ਚਾਹੀਦੀ ਹੈ। 1985 ਦੇ ਵਿੱਚ ਸਾਹਿਬ ਕਾਂਸ਼ੀ ਰਾਮ ਜੀ ਨੇ ਚੰਡੀਗੜ੍ਹ ਦੇ ਵਿੱਚ ਇੱਕ ਤਸਵੀਰ ਇਸ਼ੂ ਕੀਤੀ ਸੀ, ਤੇ ਜਿਹੜੀ ਦਸਤਾਰ ਵਾਲੀ ਕੀਤੀ ਸੀ ਉਹਨਾਂ ਨੇ ਭਗਤ ਰਵਿਦਾਸ ਜੀ ਦੀ, ਕਿ ਉਹਨਾਂ ਦੇ ਸਿਰ ਤੇ ਦਸਤਾਰ ਹੈ, ਤੁਸੀਂ ਬਿਨਾਂ ਦਸਤਾਰ ਤੋਂ ਕਿਉਂ ਇਸ ਤਰ੍ਹਾਂ ਉਹਨਾਂ ਦੀਆਂ ਤਸਵੀਰਾਂ ਨੂੰ ਲੈ ਰਹੇ ਹੋ। ਤੇ ਇਸ ਕਰਕੇ ਸਭ ਤੋਂ ਪਹਿਲੀ ਗੱਲ ਤਾਂ ਇਹ ਸਾਨੂੰ ਕਰਨੀ ਚਾਹੀਦੀ ਕਿ ਪਹਿਲੀ ਗੱਲ ਤਸਵੀਰਾਂ ਦੀ ਕੋਈ ਬਹੁਤੀ ਗੱਲ ਨਹੀਂ, ਗੱਲ ਸ਼ਬਦ ਦੀ ਹੈ। ਦੂਜੀ ਗੱਲ ਜੇ ਕਰਨੀ ਹੈ ਤੇ ਫਿਰ ਸਾਨੂੰ ਉਹਨਾਂ ਦੀ ਜਿਹੜੀ ਤਸਵੀਰ ਹੈ ਉਹ ਦਸਤਾਰ ਵਾਲੀ ਰੱਖਣੀ ਚਾਹੀਦੀ। ਉਹ ਤੋਂ ਅਗਲੀ ਗੱਲ, ਜਿਨ੍ਹਾਂ ਗੱਲਾਂ ਦਾ ਉਹਨਾਂ ਨੇ ਵਿਰੋਧ ਕੀਤਾ, ਪੰਡਤ ਜਨੇਊ ਪਾਉਂਦਾ ਹੈ ਤੇ ਪੰਡਤ ਤਿਲਕ ਲਾਉਂਦਾ ਹੈ, ਧੋਤੀ ਲਾਉਂਦਾ ਹੈ, ਸ਼ੰਖ ਵਜਾਉਂਦਾ ਹੈ, ਮੰਦਰਾਂ ਦੇ ਵਿੱਚ ਜਿਹੜਾ ਹੈ ਉਹ ਪੰਡਤ ਜਿਹੜਾ ਹੈਗਾ ਆਪਣਾ ਧਰਮ ਦਾ ਕਾਰਜ ਕਰਦਾ ਹੈ ਆਪਣੇ ਮੁਤਾਬਕ। ਤੇ ਲੇਕਿਨ ਜਿਹੜੀ ਆਰਤੀ ਹੈ ਭਗਤ ਰਵਿਦਾਸ ਜੀ ਨੇ ਉਚਾਰੀ, ਉਹਦੇ ਵਿੱਚ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦਾ ਖੰਡਨ ਕੀਤਾ। ਪਰ ਤੇ ਅਸੀਂ ਉਹ ਪੰਡਤ ਦੀ ਚਾਲ ਨੂੰ ਨਾ ਸਮਝਦਿਆਂ ਹੋਇਆਂ ਭਗਤ ਰਵਿਦਾਸ ਜੀ ਦਾ ਅਸੀਂ ਉਹਨਾਂ ਦੇ ਜਨੇਊ ਵੀ ਪਾਤਾ, ਉਹਨਾਂ ਦੇ ਤਿਲਕ ਵੀ ਲਾਤਾ, ਉਹਨਾਂ ਦੇ ਧੋਤੀ ਵੀ ਲਾਤੀ। ਉਹਨਾਂ ਨੇ ਜਿਸ ਆਰਤੀ ਵਿੱਚ ਜਿਸ ਨਾਮ ਦੀ ਗੱਲ ਕੀਤੀ ਸੀ ਉਹਨੂੰ ਇੱਕ ਪਾਸੇ ਛੱਡ ਕੇ ਅਸੀਂ ਆਰਤੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਹ ਅਗਿਆਨਤਾ, ਇਹ ਤੋਂ ਵੱਧ ਕੀ ਹੋ ਸਕਦੀ ਹੈ? ਇਹ ਤੋਂ ਵੱਧ ਕੀ ਹੋ ਸਕਦੀ ਹੈ? ਜੇ ਉਹਨਾਂ ਨੂੰ ਅਸੀਂ ਸੱਚੇ ਦਿਲੋਂ ਪੂਜਦੇ ਹਾਂ, ਮੰਨਦੇ ਹਾਂ, ਤੇ ਫਿਰ ਸਾਨੂੰ ਉਹਨਾਂ ਦੀ ਬਾਣੀ ਨੂੰ ਮੰਨੀਏ, ਬਾਣੀ ਨੂੰ ਪੜ੍ਹੀਏ, ਬਾਣੀ ਨੂੰ ਵਿਚਾਰੀਏ, ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰੀਏ। ਇਹ ਨਹੀਂ ਕਿ ਅਸੀਂ ਨੰਗੇ ਸਿਰ ਜਾਂ ਤੇ ਅਸੀਂ ਜੋੜੇ ਪਾ ਕੇ ਤੁਰੇ ਫਿਰੀਏ। ਤਾਂ ਜੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਜਿਹੜੀਆਂ ਹੈਗੀਆਂ, ਜਾਂ ਅਸੀਂ ਗੁਰੂ ਗ੍ਰੰਥ ਸਾਹਿਬ
ਤੋਂ ਉਹਨਾਂ ਦੇ ਸ਼ਬਦਾਂ ਨੂੰ ਅਲੱਗ ਤੌਰ 'ਤੇ ਅਸੀਂ ਉਹਨਾਂ ਨੂੰ ਪੇਸ਼ ਕਰੀਏ, ਅਲੱਗ ਗ੍ਰੰਥ, ਕਿਉਂਕਿ ਉਹਨਾਂ ਨੇ ਇੱਕ ਤਿਣਕਾ ਤਿਣਕਾ ਇਕੱਠਾ ਕਰਕੇ ਏਕੇ 'ਚ ਲਿਆਂਦਾ ਸਾਨੂੰ। ਗੁਰੂ ਨਾਨਕ ਸਾਹਿਬ ਨੇ ਆਪ ਜਾ ਕੇ ਬਾਣੀ ਲਿਆਂਦੀ ਹੈ, ਉਹ ਗੁਰੂ ਨਾਨਕ ਸਾਹਿਬ ਨਾਲ ਮਿਲੇ ਵੀ ਨੇ। ਅਤੇ ਦੇਖੋ ਕਿੱਡੀ ਅਗਿਆਨਤਾ, ਮੈਂ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਜਿਹੜੇ ਖਾਸ ਕਰਕੇ ਭਗਤ ਰਵਿਦਾਸ ਜੀ ਦੇ ਨਾਂ 'ਤੇ ਗੁਰਦੁਆਰੇ ਬਣਾਏ, ਉੱਥੇ ਇੱਕ ਤਸਵੀਰਾਂ ਗੁਰੂ ਨਾਨਕ ਸਾਹਿਬ ਦੀਆਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਉਂਦਿਆਂ ਉਹ ਤਸਵੀਰਾਂ ਦੇਖੀਆਂ। ਉਹਦੇ ਵਿੱਚ ਭਗਤ ਰਵਿਦਾਸ ਜੀ ਦੀ ਫੋਟੋ ਬਣਾ ਦਿੱਤੀ। ਦੱਸੋ ਜੀ, ਭਗਤ ਰਵਿਦਾਸ ਜੀ ਭੁੱਖੇ ਸਾਧੂਆਂ 'ਚ ਆ ਗਏ? ਹਾਂ, ਗੁਰੂ ਨਾਨਕ ਸਾਹਿਬ ਨੂੰ ਜ਼ਰੂਰ ਮਿਲੇ ਨੇ। ਅਤੇ ਪੰਜਾਬ ਦੇ ਵਿੱਚ ਸਾਨੂੰ ਖੋਜ ਕਰਨੀ ਚਾਹੀਦੀ ਹੈ। ਕਈ ਅਸਥਾਨ ਜਿਹੜੇ ਬਣੇ ਹੋਏ ਨੇ, ਅਤੇ ਜਿਸ ਤਰ੍ਹਾਂ ਹੁਣ ਖਰਾਲੀ ਪਿੰਡ ਹੈ, ਜਿਹਨੂੰ ਅੱਜ ਕੱਲ੍ਹ ਅਸੀਂ ਖਰਾਲਗੜ੍ਹ ਕਹਿੰਦੇ ਹਾਂ, ਜਾਂ ਹੋਰ ਵੀ ਕਈ ਥਾਵਾਂ 'ਤੇ, ਅਤੇ ਉਹਨਾਂ ਦਾ ਮਿਲਾਪ ਹੋਇਆ ਦੱਸਿਆ ਜਾ ਸਕਦਾ ਹੈ। ਮਿਲਾਪ, ਉਹਦੀ ਖੋਜ ਕਰਨ ਦੀ ਲੋੜ ਆ। ਲੇਕਿਨ ਜੇ ਅਸੀਂ ਕਹੀਏ ਵੀ ਇੱਕ ਕਿਰਤੀ ਬੰਦਾ ਜਿਹੜਾ ਜੋੜੇ ਗੰਢ ਕੇ ਆਪਣਾ ਗੁਜ਼ਾਰਾ ਕਰਦਾ, ਪਰਿਵਾਰ ਪਾਲਦਾ, ਅਤੇ ਜਦੋਂ ਭਗਤ ਭਗਤ ਜਗ ਵੱਜਿਆ ਚੌਂ ਚੱਕਾਂ ਦੇ ਵਿੱਚ ਚਮਰੇਟਾ, ਜਦੋਂ ਚਾਰੇ ਪਾਸੇ ਜੈ ਜੈਕਾਰ ਹੋ ਗਈ ਅਤੇ ਰਾਜੇ ਰਾਣੇ ਵੀ ਪੂਜਣ ਲੱਗੇ, ਦੁਨੀਆ ਪੂਜਣ ਲੱਗੀ, ਅਤੇ ਫਿਰ ਥੋੜ੍ਹਾ ਉਹਨਾਂ ਨੇ ਜੋੜੇ ਗੰਢਣ ਦਾ ਉਹਨਾਂ ਕੋਲ ਟਾਈਮ ਸੀ, ਫਿਰ ਤੇ ਉਪਦੇਸ਼ ਦੇਣ ਦਾ ਟਾਈਮ ਸੀਗਾ, ਅਤੇ ਉਹ ਬੈਠ ਕੇ ਉਪਦੇਸ਼ ਦਿੰਦੇ ਸੀ, ਚੌਂ ਵਰਨਾਂ ਨੂੰ ਉਪਦੇਸ਼ ਦਿੰਦੇ ਸੀ ਉਹ ਬੈਠ ਕੇ। ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਸ ਚੀਜ਼ ਦੀ ਖੋਜ ਕਰਨੀ ਹੈ, ਉਸ ਨੂੰ ਸਮਝਣਾ, ਲੇਕਿਨ ਉਹਨਾਂ ਨੂੰ ਭੁੱਖੇ ਸਾਧੂਆਂ ਵਿੱਚ ਬਿਠਾ ਦੇਣਾ। ਭੁੱਖੇ ਸਾਧੂ ਜਿਹੜੇ ਹੈਗੇ, ਗੁਰਮਤ ਦੇ ਵਿੱਚ ਭੁੱਖੇ ਸਾਧੂਆਂ ਦੀ ਕੋਈ ਜਿਹੜੀ ਹੈਗੀ ਐਡੀ ਗੱਲ ਨਹੀਂ ਹੈ। ਗੁਰਮਤ ਵਿੱਚ ਕਿਰਤੀਆਂ ਨੂੰ ਨਾ ਦਿੱਤੀ ਹੈ ਥਾਂ, ਅਤੇ ਜਿਹੜੀ ਮੰਗ ਖਾਣਿਆਂ ਨੂੰ ਥਾਂ ਨਹੀਂ ਦਿੱਤੀ ਕਿ ਅਸੀਂ ਕਹੀਏ ਕਿ ਲੋਕਾਂ ਦੇ ਘਰ ਦਰ ਦਰ ਜਾ ਕੇ। ਗੁਰੂ ਨਾਨਕ ਦਾ ਇਤਿਹਾਸ ਪੜ੍ਹ ਕੇ ਦੇਖੋ, ਭਗਤ ਰਵਿਦਾਸ ਜੀ ਦਾ ਇਤਿਹਾਸ ਪੜ੍ਹ ਕੇ ਦੇਖੋ, ਕਿਤੇ ਉਹਨਾਂ ਨੇ ਕਿਸੇ ਦੇ ਘਰ ਜਾ ਕੇ ਅਲਖ ਜਗਾਈ ਹੋਵੇ ਜਾਂ ਕਿਸੇ ਦੇ ਕੋਲ ਰੋਟੀ ਮੰਗੀ ਹੋਵੇ, ਉਹ ਤੇ ਆਪ ਕਰਕੇ ਖਾਣ ਦੇ। ਇਤਿਹਾਸ ਪੜ੍ਹ ਕੇ ਦੇਖੋ ਸਿੱਖਾਂ ਦਾ, ਕੋਈ ਸਿੱਖ ਮੰਗਣ ਨਹੀਂ ਗਿਆ, ਸਾਰੇ ਆਪਣੀ ਆਪਣੀ ਕਿਰਤ ਕਰਕੇ ਖਾਂਦੇ ਰਹੇ ਨੇ। ਇਸ ਕਰਕੇ ਤੇ ਇਹ ਬੜੇ ਮਾਣ ਨਾਲ ਕਹਿ ਦੇਣਾ, ਲਓ ਜੀ 7 ਯੁੱਗਾਂ ਦੇ ਜੰਜੂ ਕੱਢਤੇ, 4 ਦੇ ਕੱਢਤੇ, ਅਸਲ ਅੰਦਰੋਂ ਜਨੇਊ ਰੰਬੀ ਮਾਰ ਕੇ ਕੱਢਤੇ। ਇਹ ਸਾਡੇ ਜਿਹੜੇ ਨੇ ਮਹਾਂਪੁਰਸ਼ ਤੇ ਭਗਤ ਰਵਿਦਾਸ ਜੀ, ਉਹਨਾਂ ਦੇ ਜੀਵਨ ਦੇ ਨਾਲ ਖਿਲਵਾੜ ਕੀਤੀ, ਉਹਨਾਂ ਦੀ ਬਾਣੀ ਤੋਂ ਉਲਟ ਕਰਨ ਦਾ ਯਤਨ ਕੀਤਾ ਹੈ। ਇਸ ਲਈ ਇਸ ਗੱਲ ਨੂੰ ਸਮਝੋ। ਜੇ ਪੱਗ ਵਾਲੀ ਗੱਲ ਮੈਂ ਕਰਾਂ ਕਿ ਉਹਨਾਂ ਦੀ ਬਾਣੀ ਦੇ ਵਿੱਚੋਂ ਜਿੱਥੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਮਨੁੱਖ ਨੂੰ ਸਮਝਾਈ ਹੈ ਕਿ ਭਾਈ ਤੂੰ ਸਿਰ 'ਤੇ ਦਸਤਾਰ ਬੰਨ੍ਹਣਾ, ਸੋਹਣੇ ਕੇਸ ਆ, ਕਿਉਂਕਿ ਹਰੇਕ ਦੇ ਹੁੰਦੇ ਸੀ ਉਸ ਸਮੇਂ ਦੇ ਅੰਦਰ, ਸੋਹਣੇ ਕੇਸ ਆ, ਸੋਹਣੀ ਪੱਗ ਆ, ਪਰਮਾਤਮਾ ਦਾ ਨਾਮ ਵੀ ਜਪ, ਹੈ ਜੀ। ਅਤੇ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਇਹ ਗੱਲ ਕਹੀ ਹੈ, ਬੰਕੇ ਬਾਲ ਪਾਗ ਸਿਰ ਢੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਅਤੇ ਮੈਂ ਇੱਕ ਤੁਹਾਨੂੰ ਇਤਿਹਾਸਕ ਗੱਲ ਦੱਸਦਾ, ਕਿਉਂਕਿ ਘੱਟ ਤੋਂ ਘੱਟ 200 ਸਾਲ ਪੁਰਾਣੀ ਇੱਥੇ ਪਿੰਡ ਹੈ ਨੂਰਪੁਰ ਬੇਦੀ ਤੋਂ ਰੋਪੜ ਨੂੰ ਜਾਂਦਿਆਂ ਰਾਮਗੜ੍ਹ ਪਿੰਡ ਆਉਂਦਾ, ਰਾਮਗੜ੍ਹ ਬੈਂਸਾਂ ਦੇ ਨੇੜੇ ਆ। ਉੱਥੇ ਇੱਕ ਗੁਰਦੁਆਰਾ ਬਣਿਆ ਹੋਇਆ ਹੈ, ਅਤੇ ਭਗਤ ਰਵਿਦਾਸ ਜੀ ਦੀ 200 ਸਾਲ ਪੁਰਾਣੀ, ਹੋ ਸਕਦਾ ਇਹ ਤੋਂ ਵੀ ਵੱਧ ਹੋਵੇ, ਉਹਨਾਂ ਦੀ ਮੂਰਤੀ ਬਣੀ ਹੋਈ ਹੈ। ਇੱਕ ਹੋਰ ਵੀ ਪਿੰਡ 'ਚ ਨੇੜੇ ਹੈਗੀ, ਅਤੇ ਲੇਕਿਨ ਜਿਹੜਾ ਇਹ ਰਾਮਗੜ੍ਹ ਪਿੰਡ ਹੈ, ਇੱਥੇ ਉਹਨਾਂ ਦੀ ਇੱਕ ਮੂਰਤੀ ਬਣੀ ਹੋਈ ਹੈ, 200 ਸਾਲ ਤੋਂ ਵੀ ਪੁਰਾਣੀ ਹੈ, ਜਾ ਕੇ ਦੇਖ ਲਿਓ। ਅਤੇ ਉਸ ਮੂਰਤੀ ਨੂੰ ਗੌਰ ਨਾਲ ਦੇਖਿਓ, ਉਹਦੇ ਉੱਤੇ ਦਸਤਾਰ ਆ, ਪੱਗ ਹੈ। ਅਤੇ ਅੱਜ ਅਸੀਂ ਜਿਹੜੀ ਗੱਲ ਕਰਦੇ, ਕੋਈ ਕਹਿੰਦਾ ਜੀ ਇਹ ਅੱਜ ਇਹ ਛੇੜਛਾੜ ਕਰ ਰਿਹਾ ਜਾਂ ਕੁਛ ਨਹੀਂ। ਅਤੇ ਜਿਹੜੀ ਇੰਨੀ ਪੁਰਾਣੀ, ਸਦੀਆਂ ਪੁਰਾਣੀ ਤਸਵੀਰ ਹੈ, ਉਹਨਾਂ ਦੀ ਮੂਰਤੀ ਬਣੀ ਹੋਈ ਹੈ, ਉਹ ਸਾਰਾ ਪਿੰਡ ਜਿਹੜਾ ਹੈਗਾ, ਅਤੇ ਹੁਣ ਉਹ ਤਕਰੀਬਨ ਉੱਥੋਂ ਉਹ ਹੋਰ ਪਿੰਡ 'ਚ ਐਡਜਸਟ ਹੋ ਗਿਆ, ਲੇਕਿਨ ਉਸੇ ਇੱਕ ਘਰ ਆ, ਗੁਰਦੁਆਰਾ ਇੱਕੋ ਘਰ ਆ, ਇੱਕ ਘਰ ਦੇ ਨਾਂ 'ਤੇ ਪਿੰਡ ਵੱਜਦਾ, ਉਹ ਜਾ ਕੇ ਤੁਸੀਂ ਦੇਖ ਲਓ। ਅਤੇ ਉਹ ਇਸ ਕਰਕੇ ਉਹਨਾਂ ਦਾ ਸਤਿਕਾਰ ਕਰੀਏ। ਜੇ ਉਹਨਾਂ ਦਾ ਸਤਿਕਾਰ ਕਰਦੇ, ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰੀਏ। ਜੇ ਗੁਰੂ ਗ੍ਰੰਥ ਸਾਹਿਬ ਦਾ, ਜੇ ਆਪਾਂ ਭਗਤ ਰਵਿਦਾਸ ਜੀ ਨੂੰ ਪੂਜਦੇ ਹਾਂ, ਮੰਨਦੇ ਹਾਂ, ਫਿਰ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ, ਬੜੇ
ਧਿਆਨ ਦੇ ਨਾਲ ਕਿ ਅਸੀਂ ਆਦਰ ਉਹਨਾਂ ਦਾ ਕਾਇਮ ਤਾਂ ਰੱਖ ਸਕਦੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ, ਮੰਨੀਏ, ਬਾਣੀ ਪੜ੍ਹੀਏ। ਔਰ ਗੁਰੂ ਦੀ ਗੱਲ ਜਿੱਥੋਂ ਤੱਕ ਕਰਦੇ ਆ ਨਾ, ਤੇ ਗੁਰੂ ਤਾਂ ਇੱਕੋ ਹੀ ਹੁੰਦਾ। ਜੇ ਅਸੀਂ ਗੁਰੂ ਰਵਿਦਾਸ ਜੀ ਨੂੰ ਮੰਨਦੇ ਹਾਂ ਤੇ ਫਿਰ ਉਹਨਾਂ ਦੀ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਹੀ ਗੁਰੂ ਹੈ। ਔਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਣਾ, ਉਹਨਾਂ ਦੇ ਉਪਦੇਸ਼ਾਂ ਤੋਂ ਚੱਲਣਾ। ਤੇ ਫਿਰ ਜਿੰਨੇ ਵੀ ਅਸੀਂ ਆਪਣੇ ਆਪ ਨੂੰ ਬੜੇ ਮਾਣ ਨਾਲ ਰਵਿਦਾਸੀ ਕਹਿੰਦੇ ਹਾਂ, ਇਹਦੇ 'ਚ ਬੇਇੱਜ਼ਤੀ ਵੀ ਬਹੁਤ ਸਾਰੇ ਸਮਝਦੇ ਆ ਕਿ ਕੋਈ ਕਵੇ ਨਾ ਕਿ 'ਚ ਮਾਰਿਆ ਪਤਾ ਨਾ ਲੱਗੇ ਰਵਿਦਾਸੀਏ। ਕਈ ਇਹੋ ਜਿਹੇ ਰਵਿਦਾਸੀਏ ਵੀ ਹੈ ਜਿਹੜੇ ਆਪਣੇ ਆਪ ਦੇ ਨਾਂ ਉਹਨਾਂ ਨੇ ਚੇਂਜ ਕਰ ਲਏ ਹੋਰੇ ਤਰੀਕੇ। ਕੋਈ ਰਾਮਦਾਸੀਏ ਕਹਿਤਾ, ਕਿਸੇ ਨੇ ਜੁਲਾਹੇ ਕਹਿ ਲਿਆ, ਭਾਵ ਜਾਤ ਲੁਕਾਉਣ ਦਾ। ਕਿਉਂਕਿ ਗੁਰੂ ਸਾਹਿਬ ਨੇ ਤਾਂ ਜਾਤ ਦੀ ਗੱਲ ਕੀਤੀ ਨਹੀਂ, ਉਹ ਤਾਂ ਕਹਿੰਦੇ ਜਾਤ ਮਾਨਸ ਕੀ ਜਿਹੜੀ ਹੈ ਜਾਤ ਸਭੈ ਏਕੈ ਪਹਿਚਾਨ, ਮਨੁੱਖਾ ਜਾਤ ਇੱਕੋ ਹੀ ਹੈ। ਤੇ ਇਸ ਗੱਲ ਨੂੰ ਸਮਝੀਏ, ਇਹਨਾਂ ਚੀਜ਼ਾਂ ਤੋਂ ਉੱਤੇ ਉੱਠੀਏ ਤੇ ਉਹਨਾਂ ਦੇ ਬਚਨਾਂ ਨੂੰ ਮੰਨੀਏ। ਤੇ ਦੂਜੀ ਗੱਲ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਸਤਿਕਾਰ ਕਰਦੇ ਹਾਂ, ਉਹਨਾਂ ਦੇ 40 ਸ਼ਬਦਾਂ ਦੇ ਵਿੱਚੋਂ ਤੁਸੀਂ ਅਗਰ ਗੱਲ ਕਰ ਲਈਏ ਤੇ ਤੁਸੀਂ ਅਗਰ ਉਹਨਾਂ ਨੂੰ ਹੀ ਪੜ੍ਹਨਾ ਸ਼ੁਰੂ ਕਰ ਦਿਓ, ਜੇ ਮਨ 'ਚ ਆਉਂਦਾ ਕਿ ਪਤਾ ਨਹੀਂ ਬਾਕੀ, ਜੇ ਤੁਸੀਂ ਸਿਰਫ ਇਹਨਾਂ ਸ਼ਬਦਾਂ ਨੂੰ ਪੜ੍ਹੋਗੇ ਤੁਹਾਡਾ ਜੀਵਨ ਬਦਲ ਜਾਏਗਾ। ਫਿਰ ਤੁਹਾਨੂੰ ਕਿਸੇ ਦੇਹਧਾਰੀ, ਕਿਸੇ ਭਗਵੇਂ ਵਾਲੇ ਦੇ ਪੈਰ ਨਹੀਂ ਪੂਜਣੇ ਪੈਣੇ, ਉਹਨੂੰ ਮੱਥਾ ਨਹੀਂ ਟੇਕਣਾ ਪੈਣਾ। ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੋ, ਬਾਣੀ ਤੋਂ ਉਪਦੇਸ਼ ਲਓ, ਸੇਧ ਲਓ, ਤੇ ਫਿਰ ਗੱਲ ਬਣ ਜਾਏਗੀ। ਤੇ ਬਹੁਤ ਖੁਸ਼ੀ ਦੀ ਗੱਲ ਹੈ, ਸਾਨੂੰ ਮਨਾਉਣਾ ਚਾਹੀਦਾ ਹੈ, ਹਰ ਸਾਲ ਜਨਮ ਦਿਨ ਮਨਾਉਣਾ ਚਾਹੀਦਾ। ਲੇਕਿਨ ਗਾਣਿਆਂ 'ਤੇ, ਡੀਜੇ 'ਤੇ ਭੰਗੜੇ ਪਾ ਕੇ, ਕੇਸਾਂ ਦੀ ਬੇਅਦਬੀ ਕਰਕੇ ਤੇ ਨੱਚ ਕੇ ਟੱਪ ਕੇ ਤੇ ਜਾਂ ਸ਼ਰਾਬਾਂ ਪੀ ਕੇ ਇਹ ਜਨਮ ਦਿਨ ਨਹੀਂ ਮਨਾਉਣਾ। ਤੇ ਦੂਜੀ ਗੱਲ, ਸਾਲ ਵਿੱਚ ਇੱਕ ਦਿਨ ਜਦੋਂ ਆਉਂਦਾ, ਅਸੀਂ ਬੜੇ ਜ਼ੋਰ ਸ਼ੋਰ ਨਾਲ ਅਸੀਂ ਇਕੱਠ ਕਰਦੇ ਹਾਂ, ਅਸੀਂ ਗੁਰਪੁਰਬ ਮਨਾਉਂਦੇ ਹਾਂ। ਲੇਕਿਨ ਉਹ ਤੋਂ ਬਾਅਦ ਜਿਹੜੇ 364 ਦਿਨ ਆ, ਅਸੀਂ ਫੇਰ ਭੁੱਲ ਜਾਂਦੇ ਹਾਂ ਕਿ ਸਾਡਾ ਕੋਈ ਗੁਰੂ ਹੈ, ਅਸੀਂ ਕਿਸੇ ਦੀ ਕੁਲ 'ਚੋਂ ਆ, ਸਾਨੂੰ ਮਾਣ ਹੋਣਾ ਚਾਹੀਦਾ, ਉਹ ਗੱਲ ਭੁੱਲ ਜਾਂਦੇ। ਬਿਲਕੁਲ ਨਹੀਂ ਭੁੱਲਣੀ, ਉਸ ਗੱਲ ਨੂੰ ਯਾਦ ਰੱਖਣਾ ਹੈ। ਜੇ ਅੱਜ ਅਸੀਂ ਮੰਨਦੇ ਹਾਂ ਨਾ, ਅਸੀਂ ਗੁਰੂ ਰਵਿਦਾਸ ਹੈ ਸਾਡਾ, ਤੇ ਫਿਰ ਸਾਡਾ ਬਾਕੀ ਸਾਲ ਵੀ ਹੈ। ਫਿਰ ਸਾਨੂੰ ਜਿਹੜੇ ਆ ਦੇਹਧਾਰੀ, ਨਕਲੀ, ਦੰਭੀ, ਪਖੰਡੀ, ਤੇ ਉਹਨਾਂ ਦੇ ਉੱਥੇ ਜਾ ਕੇ ਉਹਨਾਂ ਨੂੰ ਪੂਜਣ ਦੀ ਲੋੜ ਨਹੀਂ, ਉਹਨਾਂ ਕੋਲੋਂ ਦੀਖਿਆ ਲੈਣ ਦੀ ਲੋੜ ਨਹੀਂ ਹੈ। ਇਸ ਲਈ ਭਾਈ ਉੱਚੇ ਉੱਠੀਏ, ਬਾਣੀ ਦਾ ਸਤਿਕਾਰ ਕਰੀਏ, ਇਹਨਾਂ ਗੱਲਾਂ ਦਾ ਖੰਡਨ ਕਰੀਏ। ਤੇ ਜਿਹੜੀਆਂ ਅਸੀਂ ਸਮਝੇ ਹਾਂ ਵੀ ਸ਼ਾਇਦ ਮਾਣ ਦੀਆਂ ਗੱਲਾਂ, ਇਹ ਉਹਨਾਂ ਦੇ ਇਤਿਹਾਸ ਨੂੰ, ਉਹਨਾਂ ਦੇ ਜਿਹੜੀ ਬੜੱਪਣ ਆ ਉਹਨੂੰ ਛੋਟਾ ਕਰਨ ਦੀਆਂ ਗੱਲਾਂ, ਜਿਸ ਤਰ੍ਹਾਂ ਜਨੇਊ ਦੀਆਂ ਹੋ ਗਈਆਂ, ਤੇ ਪੱਗ ਤੋਂ ਬਿਨਾਂ ਵਾਲੀਆਂ ਹੋ ਗਈਆਂ, ਤੇ ਆਰਤੀ ਜਿਹੜੀ ਹੈ ਨਕਲੀ ਉਹਦੀਆਂ ਹੋ ਗਈਆਂ। ਵਿਚਾਰ ਕੇ ਦੇਖ ਲਿਓ, ਸਾਰੀਆਂ ਗੱਲਾਂ ਸਾਹਮਣੇ ਤੁਹਾਨੂੰ ਪਤਾ ਲੱਗ ਜਾਏਗਾ। ਇਸ ਲਈ ਤੇ ਜੇ ਅਸੀਂ ਗੱਲ ਕਰੀਏ ਉਹਨਾਂ ਦਾ ਗੁਰਪੁਰਬ ਹਰ ਸਾਲ ਮਨਾਈਏ, ਸਤਿਕਾਰ ਸਹਿਤ ਮਨਾਈਏ, ਔਰ ਵੱਖਰੇ ਹੋ ਕੇ ਨਹੀਂ। ਜਿਸ ਤਰ੍ਹਾਂ ਤੇ ਅਸੀਂ ਵੱਖਰੇ ਹੋ ਕੇ ਕਹੀਏ ਕਿ ਅਸੀਂ ਕੋਈ ਵੱਖਰਾਪਨ ਪੈਦਾ ਕਰੀਏ, ਤੇ ਨਹੀਂ। ਤੇ ਰਾਜਨੀਤੀ ਨੂੰ ਵੀ ਜਿੱਥੇ ਰੱਖਣ ਦੀ ਲੋੜ ਹੈ ਉੱਥੇ ਰੱਖੀਏ, ਉਹਨਾਂ ਦੀ ਬਾਣੀ ਤੋਂ ਸੇਧ ਲਈਏ, ਤੇ ਨਾਲ ਅਸੀਂ ਯਤਨ ਕਰੀਏ ਕਿ ਜੇ ਇੱਕ ਵਾਰ ਕਾਫੀ ਸਾਲਾਂ ਦੀ ਗੱਲ ਹੈ, ਮੈਂ ਆਪ ਜੀ ਨਾਲ ਸਾਂਝੀ ਕਰਾਂ। ਬਹੁਤ ਸਤਿਕਾਰਯੋਗ ਸ਼ਿੰਗਾਰਾ ਰਾਮ ਜੀ ਸਹੂੰਗੜਾ, ਜੋ MLA ਰਹੇ ਨੇ ਕਈ ਵਾਰ, ਮੈਂ ਉਹਨਾਂ ਨਾਲ ਗੱਲ ਕੀਤੀ। ਮੈਂ ਕਿਹਾ ਵੀ ਇਸ ਤਰ੍ਹਾਂ ਹੈ ਵੀ ਕਈ ਲੋਕ ਕਹਿੰਦੇ ਵੀ ਸਾਡੇ ਗੁਰੂ ਦੇ ਸਿਰ 'ਤੇ ਦਸਤਾਰ ਕਿਉਂ ਬੰਨੀ। ਤੇ ਉਹਨਾਂ ਨੇ ਇੱਕ ਬੜੀ ਕੰਮ ਦੀ ਗੱਲ ਕਹੀ, ਕਹਿੰਦੇ ਵੀ ਜੇ ਕਿਸੇ ਦੇ ਪਿਓ ਦੇ ਸਿਰ ਤੋਂ ਪੱਗ ਲਾਹ ਦਿੱਤੀ ਜਾਵੇ ਤੇ ਉਹ ਤਾਂ ਬੰਦੇ ਨੂੰ ਦੁੱਖ ਹੁੰਦਾ, ਗੁੱਸਾ ਹੁੰਦਾ। ਜੇ ਕਿਸੇ ਦੇ, ਤੇ ਉਹ ਪਿਓ ਦੇ ਸਿਰ 'ਤੇ ਪੱਗ ਰੱਖੀ ਨੂੰ ਤੁਸੀਂ ਕਹਿ ਰਹੇ ਹੋ। ਕਹਿੰਦੇ ਵੀ ਬਾਲ ਜੇ ਹੁਣ ਕਹਿੰਦੇ ਵੀ ਮੈਂ ਜਾਂ ਕਿਸੇ ਦੇ ਕੋਈ ਸਿਰ ਤੋਂ ਪੱਗ ਲਾ ਕੇ ਬਾਲ ਖਿਲਾਰ ਦੇਵੇ ਪਿੱਛੇ ਨੂੰ, ਤੇ ਅਸੀਂ ਤੇ ਉਹਨੂੰ ਕਿੰਨਾ ਕੁ ਵਧੀਆ ਸਮਝਾਂਗੇ। ਤੇ ਇਸ ਲਈ ਸਤਿਕਾਰ ਇਹ ਹੈ, ਉਹਨਾਂ ਦੀ ਦਸਤਾਰ ਨਾਲ ਸਤਿਕਾਰ ਹੈ।
ਸੋ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।